ਹੈਲੋ ਦੋਸਤੋ, ਵੈਲਕਮ ਹੈ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਇਹਦਾ ਇੱਕ ਪਾਰਟ ਆ ਜਿਹੜਾ ਸ਼ੇਅਰ ਕਰ ਚੁੱਕੇ ਹਾਂ, ਇਨਵਾਇਰਨਮੈਂਟ ਐਂਡ ਇਕੋਲੋਜੀ। ਇਹ ਤੋਂ ਪਹਿਲਾਂ ਹਿਸਟਰੀ ਦੀਆਂ, ਇਸ ਤੋਂ ਪਹਿਲਾਂ ਪੋਲੀਟੀਕਲ ਦੀਆਂ। ਤਾਂ ਐਵੇਂ ਆਪਾਂ ਇਨਵਾਇਰਨਮੈਂਟ ਦੀਆਂ ਇੱਕ ਵੀਡੀਓ ਅੱਜ ਹੋਰ ਕਰਨੀਆਂ। ਫਿਰ ਆਪਾਂ ਦੇਖਾਂਗੇ ਕੋਈ ਜਿਵੇਂ ਕਿ ਮੈਥ ਵਗੈਰਾ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਨੇ, ਜਿਵੇਂ ਪਰਸੈਂਟੇਜ ਵਗੈਰਾ ਦੇ, ਉਹ ਦੇਖ ਲਾਂਗੇ। ਜਾਂ ਫਿਰ ਕੋਈ ਰੀਜ਼ਨਿੰਗ ਦਾ ਹੋਊਗਾ, ਉਹ ਤੁਸੀਂ ਕਮੈਂਟ ਕਰਕੇ ਆਪਣਾ ਦੱਸ ਦਿਓ ਵੀ ਤੁਹਾਨੂੰ ਕਿਹੋ ਜਿਹੀ ਵੀਡੀਓ ਚਾਹੀਦੀ ਆ। ਨਹੀਂ ਫਿਰ ਆਪਾਂ ਹਿਸਟਰੀ ਦੇ ਵਿੱਚੋਂ, ਮਾਡਰਨ ਹਿਸਟਰੀ ਦੇ ਵਿੱਚੋਂ, ਜਾਂ ਫਿਰ ਪੋਲੀਟੀਕਲ ਦਾ ਕੋਈ ਹੋਰ ਟੌਪਿਕ ਚੱਕ ਕੇ ਤਾਂ ਉਹਨਾਂ ਦੇ ਵਿੱਚੋਂ ਵੀ ਆਪਾਂ ਐਵੇਂ ਤੁਹਾਡੇ ਲਈ ਲੈ ਕੇ ਆਵਾਂਗੇ। ਔਰ ਅੱਜ ਜਿਹੜੀ ਆਪਣੀ ਇਹ ਇਨਵਾਇਰਨਮੈਂਟ ਐਂਡ ਇਕੋਲੋਜੀ ਦੀ ਵੀਡੀਓ ਰਹਿਣ ਵਾਲੀ ਆ। ਤਾਂ ਇਹਦੇ 'ਚ ਆਪਾਂ 20 ਦਾ ਬਣਾਇਆ ਸੀਗਾ ਇਹ, ਤਾਂ ਇਹਦੇ 'ਚੋਂ 10 ਆਪਾਂ ਕੱਲ੍ਹ ਕਰ ਲਏ ਅਤੇ 10 ਜਿਹੜੇ ਰਹਿੰਦੇ ਨੇ ਉਹ ਅੱਜ ਕਰ ਲਾਂਗੇ। ਤਾਂ ਇਹਨਾਂ ਦੇ ਨਾਲ ਮਿਲਦੇ ਜੁਲਦੇ ਆਪਾਂ ਵੈਸੇ ਤਾਂ ਤਕਰੀਬਨ ਆਪਣੇ ਜੇ ਇਕੱਲਾ ਕੁਐਸਚਨ ਦੇਖਣਾ ਹੋਵੇ ਤਾਂ ਫਿਰ ਤਾਂ ਆਪਣਾ ਤਕਰੀਬਨ 60-70 ਦੇ ਲਵੇ ਤਵੇ ਕੰਮ ਹੋ ਜਾਂਦਾ। ਪਰ ਫਿਰ ਵੀ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਰਿਕੁਐਸਟ ਆ ਵੀ ਉਹ ਚੈਨਲ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਚੱਲਦੇ ਦੌਰਾਨ ਹੀ ਲਾਈਕ ਕਰ ਦਿਓ ਔਰ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਆਹ ਦੇਖੋ, ਆਪਣੇ ਤਕਰੀਬਨ ਆਪਾਂ 10 ਕੁਐਸਚਨ ਸੀਗੇ ਜਿਹੜੇ ਇਹਦੇ ਕਰ ਚੁੱਕੇ ਹਾਂ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਪਲੀਜ਼ ਉਹਨੂੰ ਜ਼ਰੂਰ ਦੇਖ ਲਿਓ, ਫਿਰ ਤੁਹਾਨੂੰ ਅੱਗੇ ਆਸਾਨ ਹੋ ਜਾਊਗਾ ਹੈ ਨਾ ਸਮਝਣਾ। ਤਾਂ ਉਹਨੂੰ ਤੁਸੀਂ ਜ਼ਰੂਰ ਦੇਖਣਾ। ਤਾਂ ਹੁਣ ਦੇਖੋ ਆਪਣਾ ਕੁਐਸਚਨ ਕੀ ਕਹਿੰਦਾ, ਇਕੋਲੋਜੀ ਇਜ਼ ਪਰਮਾਨੈਂਟ ਇਕੋਨਮੀ ਇਜ਼ ਦਾ ਸਲੋਗਨ। ਮਤਲਬ ਇਹ ਸਲੋਗਨ ਦਿੱਤਾ ਹੋਇਆ ਕਿਸੇ ਨੇ, ਬਾਅਦ 'ਚ ਤੁਸੀਂ ਇਹਨੂੰ ਧਿਆਨ ਨਾਲ ਦੇਖ ਲਿਓ। ਤਾਂ ਇਹਨਾਂ ਦੇ ਵਿੱਚੋਂ ਕਹਿੰਦੇ ਆ ਵੀ ਮਤਲਬ ਕਿ ਕਿਹੜੀ ਮੂਵਮੈਂਟ ਦਾ ਸਲੋਗਨ ਹੈ ਇਕੋਲੋਜੀ ਇਜ਼ ਦਾ ਪਰਮਾਨੈਂਟ ਇਕੋਨਮੀ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ ਚਿਪਕੋ ਮੂਵਮੈਂਟ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਚਿਪਕੋ ਅੰਦੋਲਨ ਕਾਹਦੇ ਨਾਲ ਰਿਲੇਟ ਕਰਦਾ। ਠੀਕ ਆ, ਚਿਪਕੋ ਅੰਦੋਲਨ ਆ ਜਿਹੜਾ ਉਹ ਕਾਹਦੇ ਨਾਲ ਰਿਲੇਟ ਕਰਦਾ। ਤਾਂ ਤੁਸੀਂ ਪਹਿਲਾਂ ਇਹਨੂੰ ਧਿਆਨ ਦੇ ਵਿੱਚ ਰੱਖਿਓ ਵੀ ਇਹ ਸ਼ੁਰੂ ਕਦੋਂ ਹੋਇਆ। ਇਹ ਸ਼ੁਰੂ ਹੋਇਆ ਸੀ 26 ਮਾਰਚ 1974 ਨੂੰ। ਓਕੇ, ਕਿੰਨੇ 'ਚ ਸ਼ੁਰੂ ਹੋਇਆ? 26 ਮਾਰਚ 1974 ਨੂੰ ਹੋਇਆ ਸੀਗਾ। ਔਰ ਇਹਦੇ 'ਚ ਜ਼ਿਆਦਾਤਰ ਵੂਮਨ ਸੀਗੀਆਂ ਜਿਹੜੀਆਂ ਉਹਨਾਂ ਨੇ ਇਕੱਠੀਆਂ ਹੋ ਕੇ ਦਰੱਖਤਾਂ ਨੂੰ ਬਚਾਉਣ ਦੇ ਲਈ ਮਤਲਬ ਕਿ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਨੇ ਕਾਫੀ ਦਰੱਖਤਾਂ ਨੂੰ ਬਚਾਇਆ ਵੀ ਸੀਗਾ। ਤਾਂ ਇਹ ਸੀਗਾ ਇੱਕ ਤਰ੍ਹਾਂ ਨਾਲ ਨੌਨ ਵਾਇਲੈਂਟ। ਠੀਕ ਆ, ਕਿਹੜਾ ਸੀ ਇਹ? ਨੌਨ ਵਾਇਲੈਂਟ ਮੂਵਮੈਂਟ ਸੀਗੀ ਔਰ ਇਹ ਸਟਰਗਲ ਸੀਗਾ ਇੱਕ ਤਰ੍ਹਾਂ ਦਾ। ਤਾਂ ਹੁਣ ਦੇਖੋ ਇਹਦੇ ਨਾਲ ਹੀ ਹੋਰ ਕਾਫੀ ਸਾਰੇ ਨੇ ਜਿਹੜੇ ਆਪਾਂ ਕਰਨੇ ਆ। ਚਿਪਕੋ ਅੰਦੋਲਨ ਦੇ ਬਾਰੇ ਗੱਲ ਕਰੀਏ ਤਾਂ ਇਹ ਜਿਹੜਾ ਸ਼ਬਦ ਸੀਗਾ ਇਹਦਾ ਮਤਲਬ ਕਿ ਅਰਥ ਸੀਗਾ ਐਮਬਰੈਸ, ਜਿਹੜਾ ਕਿ ਲੈਟਿਨ ਭਾਸ਼ਾ ਦਾ ਸ਼ਬਦ ਆ। ਤਾਂ ਇਹਦੇ ਸਦਕਾ ਜਿਹੜਾ ਚਿਪਕੋ ਅੰਦੋਲਨ ਸੀ ਇਹਦੇ ਸਦਕਾ ਹੀ ਬੈਨ ਲਾਤਾ ਸੀ। ਫਿਰ ਇਹ ਤੋਂ ਬਾਅਦ 'ਚ ਇਹਦੇ ਸਦਕਾ ਕੀ ਹੋ ਗਿਆ? ਬੈਨ ਲੱਗ ਗਿਆ 1981 ਦੇ ਵਿੱਚ, ਫਿਰ ਬੈਨ ਲਾਤਾ ਸੀ। ਓਕੇ, ਕਮਰਸ਼ੀਅਲ ਫੈਲਿੰਗ ਆਫ ਟਰੀਜ਼, ਮਤਲਬ ਕਿੰਨੇ ਕਿੰਨੇ ਤੇ ਜੇ ਸਲੋਪ ਆ ਤਾਂ 30 ਡਿਗਰੀ ਸਲੋਪ 'ਤੇ। ਠੀਕ ਆ, ਮਤਲਬ ਕਿ ਇੰਨੀ ਢਲਾਣ ਹੋਵੇ, ਜਾਂ ਫਿਰ 1000 ਮੀਟਰ ਅਬੱਬ ਸੀ ਲੈਵਲ ਤੋਂ। ਠੀਕ ਆ, ਮਤਲਬ ਕਿ ਮੀਨ ਸੀ ਲੈਵਲ ਤੋਂ ਉੱਪਰ। ਅਤੇ ਇਸ ਤੋਂ ਬਾਅਦ ਜਿਹੜੇ ਦਰੱਖਤ ਕੱਟਣੇ ਆ ਉਹ ਬੰਦ ਨੇ। ਤਾਂ ਇੱਥੋਂ ਇਹ ਚਿਪਕੋ ਅੰਦੋਲਨ ਨੇ ਇੱਥੇ ਕਾਫੀ ਇਹ ਮਤਲਬ ਕਿ ਇਸ ਤੋਂ ਬਾਅਦ ਬੈਨ ਲੱਗ ਗਿਆ ਸੀ ਇਹਨਾਂ ਦੇ ਕਰਕੇ। ਤਾਂ ਦੇਖੋ ਜਦੋਂ ਇਹ ਹੋਇਆ ਸੀ ਉਦੋਂ ਇਹ ਯੂਪੀ ਦੇ ਚਮੋਲੀ 'ਚ ਸੀਗਾ, ਮਤਲਬ ਕਿ ਹੁਣ ਉੱਤਰਾਖੰਡ 'ਚ। ਮਤਲਬ ਹਿਸਾਬ ਲਾਇਓ ਵੀ ਦੈਟ ਟਾਈਮ ਯੂਪੀ, ਅੱਜ ਦੇ ਸਮੇਂ ਉੱਤਰਾਖੰਡ। ਤਾਂ ਇਹ ਕਿੱਥੇ ਆ ਜਗ੍ਹਾ ਚਿਪਕੋ ਅੰਦੋਲਨ? ਅਤੇ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਇਹ ਕਦੋਂ ਸ਼ੁਰੂ ਹੁੰਦਾ? 1974 ਦੇ ਵਿੱਚ ਹੁੰਦਾ। ਓਕੇ, ਤਾਂ ਇਹਦੇ ਨਾਲ ਹੀ ਦੇਖੋ ਇੱਕ ਨਰਮਦਾ ਬਚਾਓ ਅੰਦੋਲਨ ਸੀਗਾ। ਉਹ ਕਾਹਦੇ ਅਗੇਂਸਟ ਸੀਗਾ? ਮਲਟੀ ਮਾਡਲ ਡੈਮ ਔਨ ਨਰਮਦਾ ਰਿਵਰ। ਨਰਮਦਾ ਬਚਾਓ, ਉਹਦਾ ਨਾਮ 'ਚ ਹੀ ਆ ਗਿਆ ਨਰਮਦਾ। ਠੀਕ ਆ, ਬਾਕੀ ਆ ਜਿਹੜਾ ਅਪੀਕੋ ਮੂਵਮੈਂਟ ਆ ਨਾ, ਅਪੀਕੋ ਮੂਵਮੈਂਟ, ਇਹਦੇ ਬਾਰੇ ਵੀ ਧਿਆਨ ਰੱਖਣਾ। ਇਹ ਕਿੱਥੇ ਸੀਗਾ? ਇਹ ਸੀਗਾ ਕਰਨਾਟਕਾ ਦੇ ਵਿੱਚ। ਇਹ ਕਿੱਥੇ ਆ? ਕਰਨਾਟਕਾ ਦੇ ਵਿੱਚ ਆ। ਇਹ ਵੀ ਵਾਤਾਵਰਨ ਪ੍ਰੋਟੈਕਸ਼ਨ ਨੂੰ ਲੈ ਕੇ ਹੀ ਸੀਗਾ। ਨਰਮਦਾ ਬਚਾਓ ਕਲੀਅਰ ਹੋ ਗਿਆ, ਅਪੀਕੋ ਕਲੀਅਰ ਹੋ ਗਿਆ, ਨਾਲ ਹੀ ਤੁਹਾਨੂੰ ਚਿਪਕੋ ਅੰਦੋਲਨ ਵੀ ਕਲੀਅਰ ਹੋ ਗਿਆ ਹੋਊਗਾ। ਡਨ। ਅਤੇ ਚਿਪਕੋ ਅੰਦੋਲਨ ਦਾ ਤੁਹਾਨੂੰ ਮੈਂ ਮਤਲਬ ਵੀ ਦੱਸਤਾ। ਬਾਕੀ ਦੇਖੋ ਇਹਦੇ ਨਾਲ ਹੀ ਇੱਕ ਸੁੰਦਰ ਲਾਲ ਬਹੁਗੁਣਾ ਪਰਸਨ ਨੇ ਜਿਹੜੇ ਕਾਫੀ ਹੁਣ ਨਿਊਜ਼ ਦੇ ਵਿੱਚ ਵੀ ਰਹੇ ਸੀ। ਤਾਂ ਇਹ ਜਿਹੜਾ ਸਲੋਗਨ ਸੀ ਇਹਨਾਂ ਦੇ ਦੁਆਰਾ ਦਿੱਤਾ ਗਿਆ ਸੀ ਇਹ। ਠੀਕ ਆ, ਜਿਹੜਾ ਆਪਾਂ ਸਲੋਗਨ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਨਾਮ ਸੀ ਸੁੰਦਰ ਲਾਲ। ਗੂਗਲ ਕਰਿਓ, ਤੁਹਾਨੂੰ ਪਤਾ ਲੱਗ ਜੂਗਾ ਚਿਪਕੋ ਬਾਰੇ, ਸੁੰਦਰ ਲਾਲ ਬਹੁਗੁਣ। ਠੀਕ ਆ, ਤਾਂ ਇਹਨਾਂ ਦਾ ਜੇ ਆਪਾਂ ਦੇਖੀਏ ਇਹਨਾਂ ਨੇ ਸਲੋਗਨ ਦਿੱਤਾ ਹੋਇਆ ਸੀ ਇਹ। ਬਾਕੀ ਇਹਨਾਂ ਨੇ ਅਗੇਂਸਟ ਟੀਰੀ ਡੈਮ ਦੇ ਵੀ ਖਿਲਾਫ ਇਹਨੇ ਭਾਗ ਲਿਆ ਹੋਇਆ ਸੀਗਾ, ਉਹਦੇ ਖਿਲਾਫ। ਬਾਕੀ ਇਹ ਕਿਹੜੀ ਨਦੀ 'ਤੇ ਸੀ ਟੀਰੀ ਡੈਮ? ਭਾਗੀਰਥੀ ਨਦੀ ਦੇ ਉੱਤੇ ਆ। ਤਾਂ ਮਤਲਬ ਜੇ ਆਜ਼ਾਦੀ ਤੋਂ ਬਾਅਦ ਦੇਖੀਏ ਤਾਂ 56 ਦਿਨਾਂ ਇਹਨਾਂ ਵਰਤਾਂ 'ਤੇ ਚੱਲਿਆ ਸੀ ਕੰਮ। ਆਜ਼ਾਦੀ ਤੋਂ ਬਾਅਦ ਸਭ ਤੋਂ ਲੌਂਗੈਸਟ ਵਰਤ ਸੀਗੇ ਜਿਹੜੇ, ਉਹ ਵੀ ਆ ਸੁੰਦਰ ਲਾਲ ਬਹੁਗੁਣ ਨੇ ਰੱਖੇ ਸੀ। ਔਰ ਇਹਨਾਂ ਨੂੰ 2009 ਦੇ ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਪੁਆਇੰਟ ਕਲੀਅਰ ਹੋ ਗਏ ਹੋਣਗੇ। ਤਾਂ ਹੁਣ ਦੇਖੋ ਇਹਨਾਂ ਦੇ ਨਾਲ ਹੋਰ ਜਿਹੜੀਆਂ ਮੂਵਮੈਂਟ ਚੱਲੀਆਂ ਸੀ, ਜਿਵੇਂ ਕਿ ਇੱਕ ਮੂਵਮੈਂਟ ਸੀ ਜੰਗਲ ਬਚਾਓ। ਠੀਕ ਆ, ਜੰਗਲ ਬਚਾਓ ਮੂਵਮੈਂਟ। ਇਹ ਕਿੰਨੇ 'ਚ ਸੀਗੀ? 1982 ਦੇ ਵਿੱਚ ਸੀ। ਦੇਖੋ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਸਾਰੇ ਫੈਕਟ ਤਾਂ ਨਹੀਂ ਕਰਾ ਰਿਹਾ, ਮੈਂ ਤੁਹਾਨੂੰ ਇਹ ਦੱਸ ਦੂੰਗਾ ਵੀ ਇੰਨੇ ਕੁ ਚਾਹੀ ਸੀ। ਤਾਂ ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਵੇ ਵੀ ਜੇ ਇਹਨਾਂ ਦੇ ਨਾਲ ਦੀ ਮਿਲਦੀ ਜੁਲਦੀ ਕੋਈ ਆਉਂਦੀ ਹੈ ਜਾਂ ਮੈਚ ਕਰਨ ਦੇ ਵਿੱਚ ਆ ਗਈ ਤੁਹਾਨੂੰ, ਤਾਂ ਤੁਹਾਨੂੰ ਕਨਫਿਊਜ਼ਨ ਨਾ ਹੋਵੇ। ਤਾਂ ਇਹ 1982 ਦੇ ਵਿੱਚ ਸੀਗੀ ਔਰ ਇਹ ਹੋਈ ਸੀਗੀ ਬਿਹਾਰ ਦੇ।
ਠੀਕ ਆ। ਤਾਂ ਇਹ ਕਿੱਥੇ ਸੀ? ਬਿਹਾਰ ਦੇ ਵਿੱਚ ਸੀਗੀ। ਔਰ ਕਿਹੜੀ ਜਗ੍ਹਾ ਸੀ? ਸਿੰਘ ਭੂਮੀ। ਔਰ ਇਹੀ ਟਰਾਈਬ ਸੀ ਇਹਨੂੰ ਕਰਨ ਵਾਲੀ। ਠੀਕ ਆ। ਤਾਂ ਇਹ ਤੁਸੀਂ ਯਾਦ ਰੱਖਣਾ। ਮਤਲਬ ਇਹ ਕਾਹਦੇ ਲਈ ਸੀਗੇ ਇੱਥੇ, ਕਿਉਂਕਿ ਸਾਲ ਨੂੰ ਟੀਕ ਨਾਲ ਰਿਪਲੇਸ ਕਰ ਰਹੇ ਸੀ, ਤਾਂ ਉਹਦੇ ਅਗੇਂਸਟ ਦੇ ਵਿੱਚ ਜੰਗਲ ਬਚਾਓ 1982 ਦੇ ਵਿੱਚ ਬਿਹਾਰ ਦੇ ਵਿੱਚ ਜਿਹੜੀ ਇਹ ਅੰਦੋਲਨ ਮੂਵਮੈਂਟ ਸਟਾਰਟ ਕੀਤੀ ਗਈ ਸੀ। ਅਤੇ ਜਿਹੜਾ ਆਪਾਂ ਅਪੀਕੋ ਮੂਵਮੈਂਟ ਦੇਖੀ ਆ, ਇਹ ਸੀਗੀ 1983 ਦੇ ਵਿੱਚ, ਮਤਲਬ ਇਹਦੇ ਨੇੜੇ ਤੇੜੇ ਹੀ ਹੈ ਵੀ। ਠੀਕ ਆ। ਤਾਂ ਇਹ ਮੈਂ ਹੁਣੀ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਕਿੱਥੇ ਹੋਈ ਸੀ। ਇਹਦੀ ਜਗ੍ਹਾ ਸੀਗੀ ਕਰਨਾਟਕਾ। ਠੀਕ ਆ। ਇਹ ਆ ਕਰਨਾਟਕਾ ਦੇ ਵਿੱਚ। ਔਰ ਇਹਦੇ ਜਿਹੜੇ ਲੀਡਰ ਸੀ ਇੰਪੋਰਟੈਂਟ, ਉਹ ਸੀ ਲਕਸ਼ਮੀ ਨਰਸਿਮਾ ਔਰ ਜੁਬਿਕ। ਬਸ ਇੰਨੇ ਯਾਦ ਰੱਖਿਓ ਤੁਸੀਂ। ਤਾਂ ਮਤਲਬ ਇਹ ਵੀ ਦਰਖਤਾਂ ਦੀ ਕਟਾਈ ਦੇ ਨਾਲ ਰਿਲੇਟਡ ਹੀ ਆ, ਮਤਲਬ ਇਹ ਦਰਖਤਾਂ ਨੂੰ ਬਚਾਉਂਦੇ ਸੀਗੇ। ਤਾਂ ਇਸ ਤੋਂ ਬਾਅਦ ਦੇਖੋ ਇੱਕ ਆਪਾਂ ਗੱਲ ਕਰਦੇ ਹਾਂ ਨਰਮਦਾ ਬਚਾਓ। ਨਰਮਦਾ ਬਚਾਓ, ਇਹਦਾ ਆਪਣੇ ਤਿੰਨੇ 'ਚ ਹੀ ਪਈਆਂ ਨੇ, ਅਪੀਕੋ ਪਈ ਆ, ਨਰਮਦਾ ਬਚਾਓ, ਚਿਪਕੋ ਅੰਦੋਲਨ, ਆਹ ਤਾਂ ਹੈ ਨਹੀਂ। ਠੀਕ ਆ। ਅਤੇ ਆਪਾਂ ਉਹਨਾਂ ਦੇ ਬਾਰੇ ਗੱਲ ਕਰ ਲਈ। ਹੁਣ ਬੀ ਆਪਸ਼ਨ ਆਪਣੀ ਦੇਖ ਲੈਂਦੇ ਉਹਨੂੰ ਵੀ, ਨਰਮਦਾ ਬਚਾਓ। ਵੈਸੇ ਜੇ ਆਪਾਂ ਅਸਲ ਦੇਖੀਏ ਤਾਂ 1985 ਆ, ਵੈਸੇ ਉਹਨੂੰ ਲਿਖਿਆ ਜਾਂਦਾ 1980 ਐਸ ਪਾ ਕੇ, ਮਤਲਬ ਕਿ 10 ਦੇ ਵਿੱਚ। ਓਕੇ। ਤਾਂ ਇਹ ਕਿੱਧਰ ਸੀ? ਗੁਜਰਾਤ, MP, ਮਹਾਰਾਸ਼ਟਰ। ਤਾਂ ਮਤਲਬ ਕਿ ਟੋਟਲ ਇਹਦੇ 'ਚ ਕਿੰਨੇ? 33 ਡੈਮ ਸੀਗੇ। 33 ਡੈਮ ਦਾ ਇਹਦੇ 'ਚ ਟੋਟਲ ਨੇ, ਪਰ ਇਹਦੇ 'ਚੋਂ 2 ਸੀਗੇ ਜਿਹੜੇ ਉਹ ਮੇਨ ਡੈਮ ਸੀਗੇ। ਉਹ ਕਿਹੜੇ ਸੀ? ਇੱਕ ਤਾਂ ਸਰਦਾਰ ਸਰੋਵਰ ਆ, ਸਰਦਾਰ ਸਰੋਵਰ ਡੈਮ, ਔਰ ਇੰਦਰਾ ਸਾਗਰ ਡੈਮ। ਤਾਂ ਮਤਲਬ ਇਹਨਾਂ ਦੇ ਖਿਲਾਫ ਸੀਗਾ ਇਹ। ਠੀਕ ਆ। ਤਾਂ ਇਹਦੇ 'ਚੋਂ ਜਿਹੜੇ ਮੁੱਖ ਲੀਡਰ ਸੀਗੇ ਕਿਹੜੀ? ਮੇਡਾ ਪਾਟਕਰ, ਅਰੁੰਧਤੀ ਰਾਏ, ਸੁੰਦਰ ਲਾਲ ਬਹੁਗੁਣ ਇਹਦੇ 'ਚ ਵੀ ਨੇ ਇਹ। ਠੀਕ ਆ। ਮਤਲਬ ਇਹ ਸੀਗੇ ਜਿਹੜੇ ਇਹਦੇ ਮੇਨ ਲੀਡਰ ਸੀਗੇ। ਤਾਂ ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ। ਔਰ ਜੇ ਆਪਾਂ ਦੋ ਚਾਰ ਲੇਟੈਸਟ ਦੀ ਵੀ ਗੱਲ ਕਰੀਏ ਅੰਦੋਲਨ, ਠੀਕ ਆ, ਜਿਹੜੇ ਲੇਟੈਸਟ ਜੇ ਸੀਗੇ, ਜਿਵੇਂ ਕਿ ਇਹਦੇ 'ਚ ਤੁਸੀਂ ਧਿਆਨ ਰੱਖਣਾ ਕਲਾਈਮੇਟ ਐਕਸ਼ਨ ਸਟਰਾਈਕ। ਠੀਕ ਆ। ਇਹ ਮੈਂ ਤੁਹਾਡੇ ਲਈ ਛੱਡਦਾ ਅੱਧਾ ਕੁਐਸਚਨ। ਦੇਖੋ ਇਹ 2019 ਤੋਂ ਸ਼ੁਰੂ ਹੋਇਆ ਸੀਗਾ। ਤਾਂ ਮਤਲਬ ਇਹ ਜ਼ਿਆਦਾਤਰ ਮੈਟਰੋ ਸਿਟੀਜ਼ ਨੇ ਜਿਹੜੀਆਂ, ਉਹਨਾਂ ਦੇ ਵਿੱਚ ਸਟਾਰਟ ਕਰਾਇਆ ਗਿਆ ਸੀਗਾ। ਜਿਵੇਂ ਦਿੱਲੀ 'ਚ ਹੋ ਗਿਆ, ਠੀਕ ਆ, ਬੰਗਲੁਰੂ ਦੇ ਵਿੱਚ ਹੋ ਗਿਆ, ਕੋਲਕਾਤਾ 'ਚ ਹੋ ਗਿਆ, ਔਰ ਚੇਨਈ ਦੇ ਵਿੱਚ ਹੋ ਗਿਆ। ਮਤਲਬ ਆਹ ਮੇਨ ਜੀਆਂ ਜਗ੍ਹਾ ਸੀਗੀਆਂ ਜਿੱਥੇ ਦਿੱਲੀ, ਮੁੰਬਈ ਹੋ ਗਿਆ, ਬੰਗਲੁਰੂ, ਕੋਲਕਾਤਾ, ਚੇਨਈ, ਇਹਨਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਤਾਂ ਇਹਦੇ ਜਿਹੜੇ ਮੁੱਖ ਲੀਡਰ ਨੇ ਉਹ ਤੁਸੀਂ ਦੱਸਣਾ, ਮਤਲਬ ਉਹ ਆਪਣੇ ਦੇਸ਼ ਤੋਂ ਨਹੀਂ ਹੈਗੇ। ਠੀਕ ਆ। ਉਹ ਹੈ ਨੇ ਕਾਫੀ ਦੇਸ਼ਾਂ ਦੇ ਵਿੱਚ ਜਾਣੇ ਪਹਿਚਾਣੇ ਨੇ। ਔਰ ਉਹ ਇੱਕ, ਮਤਲਬ ਸਭ ਤੋਂ ਵੱਡੀ ਗੱਲ ਆ ਵੀ ਉਹ ਇੱਕ ਕੁੜੀ ਆ। ਠੀਕ ਆ। ਕੁੜੀ ਵੀ ਛੋਟੀ ਆ। ਤਾਂ ਹੁਣ ਇੱਥੋਂ ਇੰਨਾ ਹਿੰਟ ਦੇਤਾ ਮੈਂ ਤੁਹਾਨੂੰ, ਇਹ ਤੁਸੀਂ ਦੱਸਿਓ ਵੀ ਇਹਦਾ ਕਰੈਕਟ ਆਨਸਰ ਆ ਜਿਹੜਾ ਉਹ ਕੀ ਆ। ਠੀਕ ਆ। ਤਾਂ ਆਹ ਇੱਕ ਤੁਸੀਂ ਯਾਦ ਰੱਖਿਓ, ਬਿਸ਼ਨੋਈ ਅੰਦੋਲਨ। ਕਈ ਵਾਰ ਆ ਜਾਂਦਾ ਬਿਸ਼ਨੋਈ ਅੰਦੋਲਨ। ਓਕੇ। ਤਾਂ ਇਹ ਸ਼ੁਰੂ ਕਰਨ ਵਾਲੇ ਕੌਣ ਸੀ? ਅੰਮ੍ਰਿਤਾ ਦੇਵੀ। ਕਿਹਨੇ ਸ਼ੁਰੂ ਕਰਿਆ ਸੀ ਇਹ? ਅੰਮ੍ਰਿਤਾ ਦੇਵੀ ਨੇ ਸ਼ੁਰੂ ਕਰਿਆ ਸੀ। 1700 ਦੇ ਵਿੱਚ ਕਰਿਆ ਸੀ, ਮਤਲਬ ਇਹਦਾ ਪਹਿਲਾਂ ਹੀ ਕਰਤਾ ਸੀਗਾ ਇਹਨਾਂ ਦੇ ਸਾਰਿਆਂ ਨਾਲੋਂ। ਕਿੱਥੇ ਸੀਗਾ ਇਹ? ਰਾਜਸਥਾਨ ਦੇ ਵਿੱਚ ਸੀ। ਔਰ ਇਹਦੇ 'ਚ ਤਕਰੀਬਨ 363 ਲੋਕਾਂ ਦੀ ਜਾਨ ਵੀ ਚਲੀ ਗਈ ਸੀਗੀ। ਤਾਂ ਇਹ ਸੀਗਾ ਇਕੋਲੋਜੀ ਇਜ਼ ਪਰਮਾਨੈਂਟ ਇਕੋਨਮੀ ਇਜ਼ ਦਾ ਸਲੋਗਨ ਆਫ ਵਿਚ ਮੂਵਮੈਂਟ। ਇਹ ਚਿਪਕੋ ਅੰਦੋਲਨ ਦਾ ਸੀਗਾ। ਇਹਨੂੰ ਦੇਣ ਵਾਲੇ ਕੌਣ ਸੀਗੇ? ਸੁੰਦਰ ਲਾਲ ਬਹੁਗੁਣ ਸੀਗੇ। ਔਰ ਉਹ ਕਾਫੀ ਜ਼ਿਆਦਾ ਮੂਵਮੈਂਟ ਦੇ ਵਿੱਚ ਇਨਵੋਲਵ ਨੇ। ਔਰ ਇਹ ਤੋਂ ਬਾਅਦ ਆਪਾਂ ਅਪੀਕੋ ਮੂਵਮੈਂਟ ਦੇਖੀ ਆ ਕਰਨਾਟਕਾ ਦੀ। ਔਰ ਇਸ ਤੋਂ ਬਾਅਦ ਨਰਮਦਾ ਬਚਾਓ ਅੰਦੋਲਨ ਵੀ ਆਪਾਂ ਦੇਖਿਆ ਗੁਜਰਾਤ, MP, ਮਹਾਰਾਸ਼ਟਰ ਦੇ ਵਿੱਚ। ਠੀਕ ਆ। ਅਤੇ ਅਪੀਕੋ ਕਰਨਾਟਕਾ। ਅਤੇ ਇੱਕ ਆਹ ਸੀਗਾ ਆਪਣਾ ਜੰਗਲ ਬਚਾਓ, ਇਹ ਬਿਹਾਰ ਦੇ ਵਿੱਚ ਸੀਗੀ। ਠੀਕ ਆ। ਤਾਂ ਇਹ ਮੈਂ ਤੁਹਾਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਕਲੀਅਰ ਹੋ ਗਏ ਹੋਣਗੇ। ਤਾਂ ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਬਾਕੀ ਤੁਸੀਂ ਇਹਦਾ ਕਲਾਈਮੇਟ ਐਕਸ਼ਨ ਸਟਰਾਈਕ ਵਾਲੇ ਦਾ ਤੁਸੀਂ ਦੱਸਣਾ ਵੀ ਇਹਦੇ ਮੁੱਖ ਲੀਡਰ ਜਿਹੜੇ ਨੇ ਉਹ ਕਿਹੜੇ ਨੇ। ਦੇਖੋ ਤੁਹਾਨੂੰ ਪਹਿਲਾਂ ਰਿਕੁਐਸਟ ਆ ਵੀ ਅਗਰ ਤੁਹਾਨੂੰ ਕੰਟੈਂਟ ਔਰ ਆਪਣਾ ਸਮਝਾਉਣ ਦਾ ਤਰੀਕਾ ਪਸੰਦ ਆ ਰਿਹਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਤਾਂ ਹੁਣ ਦੇਖੋ 12ਵਾਂ ਕੁਐਸਚਨ ਕੀ ਕਹਿੰਦਾ, ਦ ਮੇਨ ਰੀਜ਼ਨ ਫॉर ਦ ਡਿਕਰੀਜ਼ ਇਨ ਦਾ ਬਾਇਓਡਾਇਵਰਸਿਟੀ ਇਜ਼। ਹੁਣ ਇਹ ਡਿਕਰੀਜ਼, ਇਹਦੇ ਘਟਣ ਦੇ, ਬਾਇਓਡਾਇਵਰਸਿਟੀ ਘਟਣ ਦਾ ਕਾਰਨ ਇਹਨਾਂ ਦੇ ਵਿੱਚੋਂ ਕੀ ਆ ਮੁੱਖ। ਠੀਕ ਆ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ, ਠੀਕ ਆ, ਉਹ ਹੈਗਾ ਨੈਚੁਰਲ ਹੈਬਿਟੇਟ ਡਿਸਟਰਕਸ਼ਨ। ਮਤਲਬ ਕਿ ਜਿਹੜੇ ਨੈਚੁਰਲ ਰਹਿਣ ਸਥਾਨ ਨੇ ਉਹਨਾਂ ਦਾ ਡਿਸਟਰਕਸ਼ਨ ਹੋ ਰਿਹਾ। ਤਾਂ ਇਹਦਾ ਕਰੈਕਟ ਆਨਸਰ ਕੀ ਆ? 12ਵਾਂ। ਓਕੇ। ਤਾਂ ਹੁਣ ਆਪਾਂ ਇਹਦੇ ਨਾਲ ਦੇਖ ਲੈਂਦੇ ਹਾਂ, ਜਦੋਂ ਹੁਣ ਕੋਈ ਚੀਜ਼ ਬਚਾਉਣੀ ਹੁੰਦੀ ਆ, ਆਪਾਂ ਬਚਾਉਂਦੇ ਕਦੋਂ? ਜਦੋਂ ਦੀ ਗਿਣਤੀ ਘਟ ਜਾਂਦੀ ਆ। ਠੀਕ ਆ। ਜਦੋਂ ਕੋਈ ਇੰਡੇਂਜਰ ਹੋ ਜਾਂਦੀ ਆ ਜਾਂ ਫਿਰ ਜਮੀ ਖਤਮ ਹੋਣ ਦੀ ਕਗਾਰ 'ਤੇ ਖੜੀ ਹੁੰਦੀ ਆ, ਦੈਨ ਫਿਰ ਸਾਨੂੰ ਉਹਨੂੰ ਬਚਾਉਣ ਦੀ ਲੋੜ ਪੈ ਜਾਂਦੀ ਆ। ਤਾਂ ਫਿਰ ਅਸੀਂ ਉਹਨਾਂ ਦੇ ਰਹਿਣ ਦੇ ਲਈ ਇੱਕ ਤਾਂ ਹੁੰਦਾ ਵੀ ਉੱਥੇ ਅਰੇਂਜਮੈਂਟ ਕਰ ਦਿੰਦੇ ਹਾਂ, ਇੱਕ ਹੁੰਦਾ ਵੀ ਆਪਾਂ ਕਿਤੇ ਬਾਹਰ ਜਾ ਕੇ ਕਰੋ। ਇਨ ਸੀਤੂ ਐਕਸ ਸੀਤੂ ਤੁਸੀਂ ਸੁਣਿਆ ਹੋਊਗਾ ਸਭ ਨੇ। ਤਾਂ ਮੈਂ ਤੁਹਾਨੂੰ ਇੱਥੇ ਨਹੀਂ ਦੱਸਦਾ, ਮੈਂ ਤੁਹਾਨੂੰ ਇਕੱਲਾ ਇਨ ਸੀਤੂ ਬਾਰੇ ਕਰਾਊਂਗਾ ਵੀ ਇਨ ਸੀਤੂ ਦੇ ਵਿੱਚ ਕਿਹੜੇ ਆਉਂਦੇ ਆ, ਕਿਉਂਕਿ ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਆਇਆ ਵਾ। ਇਹਨਾਂ ਦੇ ਵਿੱਚੋਂ ਕਿਹੜਾ ਇਨ ਸੀਤੂ ਦੇ ਵਿੱਚ ਆਉਂਦਾ, ਕਿਹੜਾ ਨਹੀਂ ਆਉਂਦਾ। ਠੀਕ ਆ। ਜਿਵੇਂ ਕਿ ਇਹਦੇ 'ਚ ਕਿਹੜੇ ਆਉਂਦੇ ਆ? ਨੈਸ਼ਨਲ
ਪਾਰਕ ਇਹਨੂੰ ਤੁਸੀਂ ਹਾਈਲਾਈਟ ਕਰਕੇ ਨੋਟ ਕਰ ਲਿਓ, ਠੀਕ ਆ। ਔਰ ਸੈਂਚਰੀਜ਼, ਬਾਇਓਸਪੀਅਰ, ਰਿਜ਼ਰਵ ਐਂਡ ਰਿਜ਼ਰਵਡ ਫੋਰੈਸਟ ਔਰ ਨੈਚੁਰਲ ਰਿਜ਼ਰਵ ਏਰੀਆ ਜਿੰਨਾ ਵੀ ਆ ਜਾਂ ਪ੍ਰੋਟੈਕਟਡ ਫੋਰੈਸਟ ਹੋ ਗਏ, ਉਹ ਸਾਰੇ ਇਹਦੇ ਇੰਸਟੀਟਿਊਟ ਦੇ ਵਿੱਚ ਆਉਂਦੇ ਆ। ਓਕੇ, ਤਾਂ ਇਹਦੇ ਨਾਲ ਹੀ ਆਪਾਂ ਇੱਕ ਇੱਥੇ ਤੁਹਾਨੂੰ ਮੈਂ ਹੋਰ ਫੈਕਟ ਦੱਸਦਾ। ਇੱਕ ਤੁਸੀਂ ਸ਼ਬਦ ਸੁਣਿਆ ਹੋਊਗਾ ਡੀਪ ਇਕੋਲੋਜੀ, ਠੀਕ ਆ ਇੱਕ ਟਰਮ ਆ, ਇਹਦੇ ਬਾਰੇ ਕੁਐਸਚਨ ਬਣਿਆ ਹੋਇਆ ਸੀਗਾ, ਆਈ ਥਿੰਕ 2014-15 ਦਾ ਪੇਪਰ ਸੀਗਾ ਕੋਈ, ਜਿਹਦੇ 'ਚ ਪੁੱਛਿਆ ਗਿਆ ਸੀਗਾ। ਅਤੇ ਡੀਪ ਇਕੋਲੋਜੀ ਜਿਹੜਾ ਵਰਡ ਆ, ਠੀਕ ਆ, ਇਹ ਕਿਹਨੇ ਕੁਆਇਨ ਕੀਤਾ ਸੀ ਜਾਂ ਕਿਹਨੇ ਯੂਜ਼ ਕੀਤਾ ਸੀ? ਇਹ ਯੂਜ਼ ਹੋਇਆ ਸੀ 1973 ਦੇ ਵਿੱਚ, ਠੀਕ ਆ। ਇਹਨੂੰ ਕਰਨ ਵਾਲੇ ਕੌਣ ਸੀਗੇ? ਅਰਨੇ ਨਾਈਸ। ਤਾਂ ਮਤਲਬ ਇਹ ਕਿੱਥੋਂ ਦੇ ਸੀਗੇ? ਨਾਰਵੇ ਦੇ ਫਿਲੋਸਫਰ ਸੀਗੇ ਇੱਕ, ਅਤੇ ਜਿਨ੍ਹਾਂ ਨੇ ਇਹ ਡੀਪ ਇਕੋਲੋਜੀ ਆ ਜਿਹੜੀ ਟਰਮ ਉਹ ਯੂਜ਼ ਕਰੀ ਸੀਗੀ। ਓਕੇ, ਤਾਂ ਇਹਦਾ ਕਰੈਕਟ ਆਨਸਰ ਕੀ ਸੀਗਾ? ਨੈਚੁਰਲ ਹੈਬੀਟੇਟ ਦਾ ਡਿਸਟਰਕਸ਼ਨ ਹੋ ਰਿਹਾ। ਤਾਂ ਆਹ ਫੈਕਟ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਨੋਟ ਕਰ ਲਿਆ ਕਰੋ ਨਾਲ ਦੀ ਨਾਲ। ਇਹਦੇ ਨਾਲ ਹੀ ਆਪਾਂ ਜਾਣਕਾਰੀ ਹੋਰ ਦੇਖ ਲੈਂਦੇ ਹਾਂ ਥੋੜ੍ਹੀ ਜਿਹੀ। ਤਾਂ ਇੱਕ ਤੁਸੀਂ ਤਰੀਕ ਧਿਆਨ ਦੇ ਵਿੱਚ ਰੱਖਣੀ ਆ, ਮਈ 22। ਹੁਣ ਦੇਖੋ ਇਹਨੂੰ ਲੈ ਕੇ ਵੀ ਥੋੜ੍ਹਾ ਜਿਹਾ ਰੌਲਾ। ਤਾਂ ਇਹਨੂੰ ਤਾਂ ਬਣਾਇਆ UN ਨੇ, ਯੂਨਾਈਟਡ ਨੇਸ਼ਨ ਨੇ। ਕੀ ਕਿਹਾ ਇਹਨੂੰ? ਮਤਲਬ ਵੀ ਇਹ ਦਿਨ ਮਨਾਇਆ ਜਾਊਗਾ ਇੰਟਰਨੈਸ਼ਨਲ ਤੌਰ 'ਤੇ, ਇਹ ਇੰਟਰਨੈਸ਼ਨਲ ਡੇ ਫॉर ਬਾਇਓਲੋਜੀਕਲ ਡਾਈਵਰਸਿਟੀ। ਮਤਲਬ ਇਹਦੇ ਲਈ ਕਦੋਂ ਮਨਾਵਾਂਗੇ ਅਸੀਂ? 22 ਮਈ ਨੂੰ ਮਨਾਵਾਂਗੇ। ਪਰ ਇਹਦੇ ਨਾਲ ਹੁਣ ਪੰਗਾ ਕੀ ਆ, ਠੀਕ ਆ, ਤਾਂ ਇਹਦੇ ਨਾਲ ਕੀ ਆ, ਪਰ ਕਈ ਦੇਸ਼ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਿ ਮਨਾਉਂਦੇ ਨੇ 29 ਦਸੰਬਰ ਨੂੰ। ਓਕੇ, ਤਾਂ 29 ਦਸੰਬਰ ਨੂੰ ਕੀ ਆਪਦਾ ਬਾਇਓ ਡਾਈਵਰਸਿਟੀ ਡੇ ਆ ਜਿਹੜਾ, ਇਹਨੂੰ ਓਬਜ਼ਰਵ ਕਰਦੇ ਨੇ ਉਹ 29 ਦਸੰਬਰ ਨੂੰ। ਕਲੀਅਰ? ਤਾਂ ਇਹ 1993 ਦੇ ਵਿੱਚ ਸੀਗਾ। ਤਾਂ ਹੁਣ ਤੁਹਾਨੂੰ ਮੈਂ ਇੰਸਟੀਟਿਊਟ ਦੱਸਤਾ, ਤੁਹਾਨੂੰ ਮੈਂ ਮਈ 22 ਔਰ ਦਸੰਬਰ 29 ਦਾ ਵੀ ਦੱਸਤਾ, ਡੀਪ ਇਕੋਲੋਜੀ ਦਾ ਵੀ ਦੱਸਤਾ। ਬਾਕੀ ਇੱਕ ਹੋਰ ਤੁਹਾਨੂੰ ਟਰਮ ਆਉਂਦੀ ਹੈ ਇਹਦੇ 'ਚ, ਉਹ ਵੀ ਐਗਜ਼ਾਮ ਦੇ ਵਿੱਚ ਆਈ ਵੀ ਸੀਗੀ। ਦੇਖੋ ਇੰਨੇ ਕੁਐਸਚਨ ਬਣਾਉਣੇ ਤਾਂ ਸੰਭਵ ਨਹੀਂ ਹੁੰਦੇ ਹੈ ਨਾ, ਮੈਂ ਤਾਂ ਕਰਕੇ ਤੁਹਾਨੂੰ ਇੱਕ ਕੁਐਸਚਨ ਦੇ ਨਾਲ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਰਿਲੇਟਡ ਜਿੰਨੇ ਕੁਐਸਚਨ ਬਣਦੇ ਆ ਜਾਂ ਬਣੇ ਆ, ਮੈਂ ਤੁਹਾਨੂੰ ਉਹ ਸਾਰੇ ਕਰਾਉਣ ਦੀ ਕੋਸ਼ਿਸ਼ ਕਰਦਾ। ਧਿਆਨ ਨਾਲ ਦੇਖਿਆ ਕਰੋ। ਮਰੀਨ ਅਪਵੈਲਿੰਗ ਕੀ ਹੁੰਦਾ? ਇਹਦੇ 'ਚ ਇਹ ਹੁੰਦਾ ਵੀ ਪਾਣੀ ਨੂੰ ਰਿਪਲੇਸ ਕਰਦੇ ਨੇ, ਮਤਲਬ ਕਿ ਹੌਟ ਪਾਣੀ ਹੁੰਦਾ ਜਿਹੜਾ ਸਰਫੇਸ 'ਤੇ ਸੀ ਦੇ, ਤਾਂ ਉਹਨੂੰ ਕੋਲਡ ਪਾਣੀ ਨਾਲ ਜਿਹਦੇ 'ਚ ਨਿਊਟ੍ਰੀਐਂਟ ਹੋਣ ਤਾਂ ਉਹਨੂੰ ਰਿਪਲੇਸ ਕੀਤਾ ਜਾਂਦਾ, ਉਹਨੂੰ ਕਹਿੰਦੇ ਆ ਮਰੀਨ ਅਪਵੈਲਿੰਗ। ਓਕੇ, ਉਮੀਦ ਕਰਦਾ ਵੀ ਤੁਹਾਨੂੰ ਇੰਨੀਆਂ ਚੀਜ਼ਾਂ ਕਲੀਅਰ ਹੋਣਗੀਆਂ। ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਦੇਖੋ, ਵੈਨ ਦ ਵਰਲਡ ਬਾਇਓਡਾਇਵਰਸਿਟੀ ਡੇ ਇਜ਼ ਓਬਜ਼ਰਵਡ। ਹੁਣ ਇਹ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਇਹਦੇ ਆਪਣਾ ਆਨਸਰ ਕੀ ਆ? ਮਈ 22। ਪਰ ਕੁਝ ਦੇਸ਼ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਦੋਂ ਮਨਾਉਂਦੇ ਇਹਨੂੰ? ਦਸੰਬਰ 29 ਨੂੰ ਆਪਣਾ ਬਾਇਓਡਾਇਵਰਸਿਟੀ ਡੇ ਉਹ ਨੂੰ ਮਨਾਉਂਦੇ ਆ। ਸਮਝ ਲੱਗ ਗਈ? ਚਲੋ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਕੰਸੀਡਰ ਦਾ ਫੋਲੋਇੰਗ ਰੀਜ਼ਨਸ। ਤਾਂ ਹੁਣ ਇਹਦੇ 'ਚੋਂ 3 ਤੁਹਾਡੇ ਕੋਲ ਆ ਗਏ। ਫਿਰ ਇਹਨਾਂ ਨੇ ਪੁੱਛਿਆ ਵੀ ਇਹਨਾਂ ਦੇ ਵਿੱਚੋਂ ਵਿਚ ਆਫ ਦਾ ਅਬਵ ਇਜ਼ ਦਾ ਬਾਇਓਡਾਇਵਰਸਿਟੀ ਹੌਟਸਪੌਟ। ਹੁਣ ਇਹ ਹੌਟਸਪੌਟ ਆਪਣੇ ਫੋਨ ਵਾਲਾ ਹੌਟਸਪੌਟ ਨਹੀਂ ਹੈਗਾ, ਠੀਕ ਆ। ਅਤੇ ਹੌਟਸਪੌਟ ਦਾ ਮਤਲਬ ਤੁਸੀਂ ਕੀ ਸਮਝਦੇ ਹੋ? ਕਮੈਂਟ ਕਰਕੇ ਜ਼ਰੂਰ ਦੱਸਿਓ। ਚਲੋ ਇਹ ਤਾਂ ਤੁਹਾਨੂੰ ਪਤਾ ਵੀ ਹਾਂ ਆਪਣੇ ਇਨਵਾਇਰਨਮੈਂਟ ਜਾਂ ਜੀਓਗ੍ਰਾਫੀ ਦੇ ਰਿਲੇਟਡ ਕੋਈ ਟਰਮ ਆ ਇਹ ਹੌਟਸਪੌਟ। ਤਾਂ ਤੁਸੀਂ ਇਹਨੂੰ ਦੱਸਿਓ ਵੀ ਇਹਦਾ ਮਤਲਬ ਕੀ ਹੁੰਦਾ। ਜਿਹਨੂੰ ਵੀ ਪਤਾ ਤਾਂ ਪਲੀਜ਼ ਗੂਗਲ ਕਰਿਓ, ਚਾਹੇ ਆਪ ਦੱਸ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਤਾਂ ਹੁਣ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ ਏ, ਮਤਲਬ ਈਸਟਰਨ ਹਿਮਾਲਿਆ। ਈਸਟਰਨ ਮੈਡੀਟੇਰੀਅਨ ਰੀਜਨ ਇਹ ਵੀ ਨਹੀਂ ਹੈਗਾ। ਨਾਰਥ ਵੈਸਟਰਨ ਆਸਟ੍ਰੇਲੀਆ ਇਹ ਵੀ ਨਹੀਂ ਹੈਗਾ, ਠੀਕ ਆ। ਕਿਉਂਕਿ ਜੇ ਆਪਾਂ ਆਸਟ੍ਰੇਲੀਆ ਦਾ ਮੈਪ ਦੇਖੀਏ, ਤੁਸੀਂ ਦੇਖਿਆ ਹੋਊਗਾ ਆਸਟ੍ਰੇਲੀਆ ਦਾ ਮੈਪ ਕੁਛ ਐਵੇਂ ਜਿਹੇ ਕਰਕੇ ਆ, ਠੀਕ ਆ। ਪਰ ਇੱਧਰਲੇ ਪਾਸੇ ਤਾਂ ਉਹਨਾਂ ਦੇ ਨਾ ਨਿਰੀ ਰੇਤ ਆ ਬਸ। ਉਹਨਾਂ ਦੀ ਜਿਹੜੀ ਵੀ ਆਬਾਦੀ ਹੈਗੀ ਆ ਉਹ ਜਮਾ ਇੱਧਰ ਈਸਟ ਵਾਲੀ ਸਾਈਡ 'ਤੇ, ਇੱਧਰ ਜਿਹੜੇ ਇੰਪੋਰਟੈਂਟ ਉਹਨਾਂ ਦੀ ਸਿਟੀਜ਼ ਨੇ ਉਹ ਜ਼ਿਆਦਾਤਰ ਇੱਥੇ ਆਬਾਦੀ ਉਹਨਾਂ ਦੀ। ਓਕੇ, ਤਾਂ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ। ਓਕੇ, ਤਾਂ ਹੁਣ ਇਹਦੇ 'ਚੋਂ ਆਪਣਾ ਕੀ ਸੀ? ਈਸਟਰਨ ਹਿਮਾਲਿਆ ਜਮਾ ਸਹੀ ਆ। ਤਾਂ ਹੁਣ ਦੇਖੋ ਆਪਾਂ ਜੇ ਗੱਲ ਕਰੀਏ ਕੰਜ਼ਰਵੇਸ਼ਨ ਇੰਟਰਨੈਸ਼ਨਲ ਦੀ, ਉਹਦੇ ਰਿਲੀਜ਼ ਕੀਤੀ ਸੀ। ਉਹਦੇ 'ਚ ਆਪਣੇ ਪਹਿਲਾਂ ਉਹਨਾਂ ਨੇ 35 ਕਰੇ ਸੀਗੇ, 35 ਬਾਇਓਡਾਇਵਰਸਿਟੀ ਹੌਟਸਪੌਟ ਨੇ ਪੂਰੇ ਵਰਲਡ ਦੇ ਵਿੱਚ। ਪਰ ਇਹ ਤੋਂ ਬਾਅਦ ਇੱਕ ਨਵਾਂ ਬਣ ਗਿਆ ਸੀਗਾ ਹੋਰ, ਠੀਕ ਆ। ਚਲੋ ਉਹਨੂੰ ਆਪਾਂ ਫਿਰ ਦੇਖਦੇ ਹਾਂ ਵੀ ਕਿਹੜਾ ਬਣਿਆ ਸੀਗਾ। ਅਤੇ ਇਹਦੇ 'ਚ ਆਪਾਂ ਆਪਣੇ ਇੰਡੀਆ ਨੂੰ ਲੈ ਕੇ ਗੱਲ ਕਰਦੇ ਹਾਂ। ਆਪਣੇ ਭਾਰਤ ਦੇ ਵਿੱਚ ਕਿੰਨੇ ਨੇ? 4 ਨੇ। ਆਪਣੇ ਇੰਡੀਆ ਦੇ ਵਿੱਚ ਕਿੰਨੇ ਨੇ ਹੌਟਸਪੌਟ? 4 ਨੇ। ਕਿਹੜੇ ਕਿਹੜੇ ਨੇ? ਇੱਕ ਤਾਂ ਹੋ ਗਿਆ
ਵੈਸਟਰਨ ਘਾਟ, ਈਸਟਰਨ ਘਾਟ, ਪੂਰਬੀ ਘਾਟ ਤੇ ਜਾਣੀ ਕਿ ਪੱਛਮੀ ਘਾਟ ਹੋ ਗਏ ਦੋ। ਤੇ ਫਿਰ ਇਹ ਤੋਂ ਬਾਅਦ 'ਚ ਹੈਗਾ ਆਪਣੇ ਈਸਟਰਨ ਹਿਮਾਲਿਆ, ਜਿਹੜਾ ਕਿ ਪਹਿਲੀ ਆਪਸ਼ਨ ਦੇ ਵਿੱਚ ਹੀ ਪਿਆ। ਤਾਂ ਈਸਟਰਨ ਹਿਮਾਲਿਆ ਦੇਖੋ, ਵੈਸਟ ਘਾਟ ਈਸਟਰਨ ਘਾਟ ਦੋਨਾਂ 'ਚ ਹੈ ਨਹੀਂ, ਤਾਂ ਈਸਟਰਨ ਹਿਮਾਲਿਆ ਪਹਿਲੀ 'ਚ ਪਿਆ। ਇਹਦੇ 'ਚ ਪਹਿਲਾ ਹੈ ਨਹੀਂ, ਆ ਵੈਸੇ ਹੀ ਕੱਢ ਦਿੰਦੇ ਆਪਾਂ। ਇਹਦੇ 'ਚ ਪਹਿਲਾ, ਦੂਜਾ ਇਹ ਹੈ ਨਹੀਂਗਾ, ਆ ਵੀ ਆਪਸ਼ਨ ਕੱਟ ਦਿਓ। ਇਹਦੇ 'ਚ ਤਾਂ ਹੈ ਨਹੀਂ, ਇਹਦੇ 'ਚ ਦੋ ਆ ਗਿਆ, ਇਹ ਵੀ ਹੈ ਨਹੀਂ, ਆ ਵੀ ਹੈ ਨਹੀਂ, ਕੱਲਾ ਇਹ 'ਚ ਆ ਨਹੀਂ ਬਚਿਆ, ਤਾਂ ਇਹ ਵੀ ਕੱਟੀ ਗਈ। ਤਾਂ ਇਹ ਆਪਸ਼ਨ ਇਹਦਾ ਕਰੈਕਟ ਆਨਸਰ ਸੀ। 3 ਹੋ ਗਏ ਈਸਟਰਨ ਹਿਮਾਲਿਆ। ਔਰ ਇਸ ਤੋਂ ਬਾਅਦ ਆਪਣੇ ਇੱਕ ਹੈਗਾ ਗਾ ਇੰਡੋ ਮਿਆਂਮਾਰ ਬਾਰਡਰ, ਮਤਲਬ ਕਿ ਉੱਧਰਲਾ ਹੋ ਗਿਆ ਸੁੰਦਰ ਲੈਂਡ ਵਾਲੀ, ਜਿਹੜਾ ਨਾਰਥ ਅਮਰੀਕਾ ਦੇ ਵਿੱਚ ਆ ਕੋਸਟਲ ਪਲੇਨ, ਉਹ 2016 ਦੇ ਵਿੱਚ ਵਿਸ਼ਵ ਦਾ 37ਵਾਂ ਬਣਾਤਾ ਸੀਗਾ ਉਹਨੂੰ ਵੀ। ਪਰ ਆਪਾਂ ਵਿਸ਼ਵ ਤੋਂ ਕੁਐਸਚਨ ਨਹੀਂ ਕਰਨਾ, ਇੱਥੇ ਆਪਾਂ ਇੰਡੀਆ ਦੇ ਵਿੱਚ ਦੇਖਣੇ ਆ ਵੀ ਆਪਣੇ ਹੌਟਸਪੌਟ ਕਿੰਨੇ ਨੇ। ਵੈਸਟਰਨ ਘਾਟ ਆ, ਈਸਟਰਨ ਘਾਟ ਆ, ਈਸਟਰਨ ਹਿਮਾਲਿਆ, ਸਮਝ ਗਏ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਇਹ ਗੱਲਾਂ। ਅਤੇ ਇੱਕ ਤੁਸੀਂ ਸ਼ਬਦ ਹੋਰ ਧਿਆਨ ਦੇ ਵਿੱਚ ਰੱਖਣਾ, ਰੈੱਡ ਡੇਟਾ, ਰੈੱਡ ਡੇਟਾ ਬੁੱਕ, ਠੀਕ ਆ। ਤਾਂ ਮਤਲਬ ਇਹ ਕਿਹਦੇ ਦੁਆਰਾ ਪਬਲਿਸ਼ ਆ ਜਾਂ ਕਿਹਦੇ ਦੁਆਰਾ ਅਪਡੇਟ ਆ? ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਨੇਚਰ ਐਂਡ ਨੈਚੁਰਲ ਰਿਸੋਰਸਿਸ। ਮਤਲਬ ਕੀ ਆ? IUCN, ਤੁਸੀਂ ਸਭ ਨੇ ਆਹ ਨਾਮ ਤਾਂ ਜ਼ਰੂਰ ਸੁਣਿਆ ਹੋਊਗਾ, ਫੁੱਲ ਫਾਰਮ ਤੁਹਾਨੂੰ ਪਤਾ ਹੋਵੇ ਨਾ ਪਤਾ ਹੋਵੇ। ਤਾਂ ਰੈੱਡ ਡੇਟਾ ਬੁੱਕ ਕੀ ਆ? IUCN, ਜਿਹੜੀਆਂ ਮਤਲਬ ਇੰਡੇਂਜਰ ਵਗੈਰਾ ਹੁੰਦੀਆਂ ਨੇ, ਜਾਤੀਆਂ ਪ੍ਰਜਾਤੀਆਂ ਖਤਮ ਹੋਣ ਵਾਲੀਆਂ, ਖਤਮ ਹੋਣ ਦੀ ਕਗਾਰ 'ਤੇ ਨੇ, ਉਹ ਰੈੱਡ ਡੇਟਾ ਬੁੱਕ ਦੇ ਵਿੱਚ ਹੁੰਦੀਆਂ ਨੇ। ਓਕੇ, ਤਾਂ ਉਮੀਦ ਕਰਦਾ ਵੀ ਤੁਹਾਨੂੰ ਇੰਨਾ ਕੁ ਕਲੀਅਰ ਹੋ ਗਿਆ ਹੋਊਗਾ। ਅਗਲਾ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਅ ਬਾਇਓਡਾਇਵਰਸਿਟੀ ਰਿਚ ਪਲੇਸ ਇਨ ਇੰਡੀਆ। ਹੁਣ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਵੀ ਆਪਣੇ ਇਹਦੇ 'ਚੋਂ ਦੇਖੋ, ਥਾਰ ਡੈਜ਼ਰਟ ਆ, ਇਹ ਤਾਂ ਹੈ ਨਾ ਉਹ 'ਚ ਆਪਣਾ ਹੌਟਸਪੌਟ ਵਗੈਰਾ ਤਾਂ 'ਚ ਆਉਂਦਾ ਹੀ ਨਹੀਂਗਾ। ਥਾਰ ਡੈਜ਼ਰਟ ਦੇ ਵਿੱਚ ਤਾਂ ਕੀ ਮਿਲਦਾ? ਬੇ ਆਫ ਬੰਗਾਲ ਦੇ ਵਿੱਚ ਵੀ ਕੀ ਆ? ਤਾਂ ਈਸਟਰਨ ਘਾਟ ਅਤੇ ਵੈਸਟਰਨ ਘਾਟ। ਆਨਸਰ ਦੋਨਾਂ ਦੇ ਵਿੱਚੋਂ ਇੱਕ ਆ, ਤਾਂ ਇਹਦੇ 'ਚੋਂ ਵੀ ਜ਼ਿਆਦਾ ਰਿਚ ਕਿਹੜੀ ਆ? ਵੈਸਟਰਨ ਘਾਟ ਜ਼ਿਆਦਾ ਰਿਚ ਆ ਈਸਟਰਨ ਘਾਟ ਦੇ ਮੁਕਾਬਲੇ। ਤਾਂ ਕਰੈਕਟ ਆਨਸਰ ਕੀ ਆ? ਏ। ਓਕੇ, ਤਾਂ ਇਹਦੇ ਨਾਲ ਆਪਾਂ ਇੱਕ ਫੈਕਟ ਹੋਰ ਕਰਦੇ ਹਾਂ। ਦੇਖੋ, ਜਿਹੜਾ ਨੋਨ ਟਾਲੈਸਟ ਟਰੀ ਆ, ਠੀਕ ਆ, ਉਹਨੂੰ ਕਹਿੰਦੇ ਆ ਰੈੱਡਵੁੱਡ। ਇਹ ਵੀ ਕੁਐਸਚਨ ਆਇਆ ਹੋਇਆ, ਆਹ ਤੁਸੀਂ ਨਾਮ ਇਹਦਾ ਪੜ੍ਹ ਲਿਓ, ਸੀਕੁਏ ਜਾਂ ਪਤਾ ਨਹੀਂ ਕੀ ਕਹਿੰਦੇ ਇਹਨੂੰ, ਠੀਕ ਆ। ਤਾਂ ਇਹ ਰੈੱਡਵੁੱਡ ਆ, ਇਹ ਕਿੱਥੇ ਪਾਇਆ ਜਾਂਦਾ? ਕੈਲੀਫੋਰਨੀਆ, ਕੈਲੀਫੋਰਨੀਆ USA ਦੇ ਵਿੱਚ ਇਹ ਪਾਇਆ ਜਾਂਦਾ। ਔਰ ਇਹਦੀ ਹਾਈਟ ਤਕਰੀਬਨ 379 ਫੀਟ ਜਾਂ 115 ਮੀਟਰ ਦੇ ਲਵੇ ਤਵੇ ਆ। ਤਾਂ ਇਹ ਇੱਥੋਂ ਦਾ ਟਾਲੈਸਟ ਟਰੀ ਆ। ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਰੈੱਡ ਡੇਟਾ ਬੁੱਕ ਬਾਰੇ ਵੀ ਹੋ ਗਈ ਆਪਣੀ ਥੋੜ੍ਹੀ ਜਿਹੀ ਜਾਣਕਾਰੀ, ਔਰ ਆਪਾਂ ਆਪਣੇ ਹੌਟਸਪੌਟ ਨੇ ਜਿਹੜੇ ਉਹਨਾਂ ਦੇ ਬਾਰੇ ਵੀ ਦੇਖ ਲਿਆ। ਪਰ ਤੁਸੀਂ ਹੌਟਸਪੌਟ ਦਾ ਮੀਨਿੰਗ ਜ਼ਰੂਰ ਦੱਸਣਾ। ਓਕੇ, ਤਾਂ ਦੇਖੋ, ਜੇ ਆਪਾਂ ਦੇਖੀਏ ਵੀ ਇੰਡੀਆ ਦਾ ਮੈਪ ਆਪਣੇ ਨੀਚੇ ਤੋਂ ਐਵੇਂ ਜੇ ਕਰਕੇ ਆ, ਤਾਂ ਇੱਧਰਲੇ ਪਾਸੇ ਆਪਣੇ ਆ ਕੀ ਆ? ਵੈਸਟਰਨ ਘਾਟ ਆ। ਇੱਧਰਲੇ ਪਾਸੇ ਆਪਣੇ ਐਵੇਂ ਆਉਂਦਾ ਈਸਟਰਨ ਘਾਟ ਆ। ਪਰ ਆ ਜਿੱਥੇ ਆ ਕੇ ਇੱਥੇ ਮਿਲਦੇ ਨੇ, ਇਹਨੂੰ ਕਹਿੰਦੇ ਅਸੀਂ ਨੀਲਗਿਰੀ, ਠੀਕ ਆ। ਕੀ ਕਹਿੰਦੇ ਇਹਨੂੰ? ਨੀਲਗਿਰੀ ਦੀਆਂ ਪਹਾੜੀਆਂ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਥਾਰ ਡੈਜ਼ਰਟ ਕਿੱਥੇ ਆ? ਇਹ ਕਮੈਂਟ ਕਰਕੇ ਵੀ ਦੱਸ ਦਿਓ, ਪਤਾ ਹੀ ਹੋਊਗਾ ਤਕਰੀਬਨ, ਬੜਾ ਈਜ਼ੀ ਕੁਐਸਚਨ ਆ। ਅੱਗੇ ਦੇਖੋ, ਆਰਗੇਨਾਈਜੇਸ਼ਨ ਰਿਲੇਟਡ ਟੂ ਰੈੱਡ ਡੇਟਾ ਬੁੱਕ ਔਰ ਰੈੱਡ ਲਿਸਟ ਇਜ਼। ਇਹ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਇਹਨੂੰ ਰਿਲੀਜ਼ ਕਰਦੀ ਆ? IUCN, ਠੀਕ ਆ। ਤਾਂ ਇਹਦੀ ਤੁਹਾਨੂੰ ਫੁੱਲ ਫਾਰਮ ਵੀ ਪਤਾ ਹੋਣੀ ਚਾਹੀਦੀ ਆ। ਇਹਦੀ ਫੁੱਲ ਫਾਰਮ ਹੈਗੀ ਆ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਨੇਚਰ ਐਂਡ ਨੈਚੁਰਲ ਰਿਸੋਰਸ, ਮਤਲਬ ਫੁੱਲ ਫਾਰਮ ਬਣ ਗਈ IUCN ਦੀ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਉਮੀਦ ਕਰਦਾ ਵੀ ਤੁਹਾਨੂੰ ਇੰਨੀਆਂ ਕੁ ਕਲੀਅਰ ਹੋਣਗੀਆਂ। ਅੱਗੇ ਦੇਖੋ, ਦ ਮੈਕਸੀਮਮ ਬਾਇਓਡਾਇਵਰਸਿਟੀ ਇਜ਼ ਫਾਊਂਡ ਇਨ, ਮਤਲਬ ਕਿ ਜ਼ਿਆਦਾਤਰ ਜਿਹੜੀ ਬਾਇਓਡਾਇਵਰਸਿਟੀ ਆ ਕਿੱਥੇ ਪਾਈ ਜਾਂਦੀ ਆ? ਹੁਣ ਦੇਖੋ, ਮੈਂ ਤੁਹਾਨੂੰ ਕਹਾਂ ਵੀ ਆਹ ਆਪਣੀ ਅਰਥ ਠੀਕ ਆ, ਇਹਦੇ 'ਤੇ ਆ ਇਕੁਏਟਰ ਆ, ਆਹ 0 ਡਿਗਰੀ ਆ, ਅਤੇ ਆਹ 23.5 ਵਾਲੀ ਆ ਨਾਰਥ ਵਾਲੀ, ਠੀਕ ਆ। ਅਤੇ ਆਹ 23.5 ਵਾਲੀ ਸਾਊਥ ਵਾਲੀ ਆ, ਆਹ ਤਾਂ ਪੋਲ ਹੋ ਗਏ। ਇੱਥੇ ਵੀ ਬਰਫ ਆ, ਇੱਥੇ ਵੀ ਬਰਫ ਆ। ਮੀਂਹ ਮੂੰਹ ਪੈਂਦਾ ਜ਼ਿਆਦਾ ਇਕੁਏਟਰ 'ਤੇ, ਕਿਉਂ ਪੈਂਦਾ? ਕਿਉਂਕਿ ਸਨਲਾਈਟ ਇੱਥੇ ਸਿੱਧੀ ਹੁੰਦੀ ਆ, ਅਤੇ ਇੱਥੇ ਜ਼ਿਆਦਾ ਸਨਲਾਈਟ ਪੈਂਦੀ ਆ, ਜ਼ਿਆਦਾ ਵਾਟਰ ਵੈਪਰਾਈਜੇਸ਼ਨ ਹੁੰਦਾ, ਅਤੇ ਫਿਰ ਜ਼ਿਆਦਾ ਹੀ ਰੇਨ ਪੈਂਦੀ ਆ। ਸੋ ਇੱਥੇ ਟਰੀਜ਼ ਵਗੈਰਾ ਨੇ ਜਿਹੜੇ ਜ਼ਿਆਦਾ ਨੇ, ਔਰ ਰਹਿਣ ਸਹਿਣ ਦੇ ਲਈ ਜ਼ਿਆਦਾ ਚੰਗੇ ਹਾਲਾਤ ਵੀ ਇਕੁਏਟਰ ਦੇ ਨੇੜੇ ਤੇੜੇ ਬਣਦੇ ਆ। ਤਾਂ ਕਰਕੇ
ਇਹਦੇ 'ਚ ਮੈਕਸੀਮਮ ਡਾਇਵਰਸਿਟੀ ਆ ਜਿਹੜੀ ਉਹ ਕਿੱਥੇ ਪਾਈ ਜਾਂਦੀ ਆ, ਟਰੋਪੀਕਲ ਰੇਨ ਫੋਰੈਸਟ। ਰੇਨ ਤਾਂ ਇੱਥੇ ਤਾਂ ਹੀ ਹੁੰਦੀ ਆ ਨਾ, ਅਤੇ ਟਰੋਪੀਕਲ ਹੋ ਗਿਆ ਕਿਉਂਕਿ ਇਹ ਦੇਖੋ ਆਹ 0 ਡਿਗਰੀ ਆ, ਇਹਦੇ 'ਚ ਵੀ ਕਿੱਥੋਂ ਕਿੱਥੋਂ ਤੱਕ 10 ਡਿਗਰੀ ਇੱਥੋਂ ਤੱਕ ਨਾਰਥ, 10 ਡਿਗਰੀ ਇੱਥੋਂ ਤੱਕ ਜਾਣੀ ਕਿ ਸਾਊਥ, ਆਹ ਵਾਲੇ ਏਰੀਏ ਦੇ ਵਿੱਚ ਆ ਜਿਹੜੀ ਜ਼ਿਆਦਾ ਪਾਈ ਜਾਂਦੀ ਆ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। 10 ਡਿਗਰੀ ਨਾਰਥ, 10 ਡਿਗਰੀ ਸਾਊਥ, ਇਹਨੂੰ ਇੰਨੇ ਕੁ ਏਰੀਏ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਹਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ, ਆਪਟੀਮਮ ਬਾਇਓਮ। ਇਹਨੂੰ ਕਾਹਦੇ ਨਾਮ ਨਾਲ ਵੀ ਜਾਣਦੇ ਹਾਂ ਅਸੀਂ, ਆਪਟੀਮਮ ਬਾਇਓਮ ਦੇ ਨਾਮ ਨਾਲ ਕਰਕੇ ਵੀ ਇਹਨੂੰ ਅਸੀਂ ਜਾਣਦੇ ਹਾਂ। ਇੱਥੋਂ ਤੱਕ ਕਲੀਅਰ ਆ ਤੁਹਾਨੂੰ? ਚਲੋ ਅਗਲਾ ਕੁਐਸਚਨ ਦੇਖਦੇ ਹਾਂ। the richest biodiversity is found in the, ਹੁਣ ਇਹਦੇ ਚੋਂ ਆਪਣੇ ਕੋਲੇ ਕਿਹੜੀ ਰਿਚੈਸਟ ਬਾਇਓਡਾਇਵਰਸਿਟੀ ਫਾਊਂਡ ਇਨ ਦਾ, ਸਾਇਲੈਂਟ ਵੈਲੀ, ਕਸ਼ਮੀਰ ਵੈਲੀ, ਵੈਲੀ ਆਫ ਫਲਾਵਰਸ, ਸੁਰਮਾ ਵੈਲੀ। ਤਾਂ ਹੁਣ ਤੁਸੀਂ ਇਹ ਵੈਲੀਆਂ ਦੇ ਨਾਮ ਤਾਂ ਕਈ ਵਾਰੀ ਸੁਣੇ ਵੀ ਹੋਣਗੇ, ਕੋਈ ਤਾਂ ਤੁਹਾਡੇ ਚੋਂ ਇਹੋ ਜਿਹਾ ਹੋਊਗਾ ਵੀ ਜਿਹੜਾ ਇੱਥੇ ਘੁੰਮਣ ਫਿਰਨ ਜਾਂ ਫਿਰ ਟੂਰਿਸਟ ਵੀ ਗਿਆ ਹੋਵੇ। ਦੇਖੋ ਇਹਦੇ ਚੋਂ ਆਪਣਾ ਜਿਹੜਾ ਕਰੈਕਟ ਆਨਸਰ ਆ ਉਹ ਵਾਲਾ ਬਣਦਾ ਸਾਇਲੈਂਟ ਵੈਲੀ। ਹੁਣ ਸਾਇਲੈਂਟ ਵੈਲੀ ਬਾਰੇ ਆਪਾਂ ਗੱਲਬਾਤ ਕਰਦੇ ਹਾਂ, ਕਈ ਵਾਰ ਐਗਜ਼ਾਮ ਦੇ ਵਿੱਚ ਆਉਂਦੀ ਆ ਇਹ। ਦੇਖੋ ਇਹਦਾ ਕਰੈਕਟ ਆਨਸਰ ਸਾਇਲੈਂਟ ਵੈਲੀ ਹੋ ਗਿਆ। ਤਾਂ ਹੁਣ ਸਾਇਲੈਂਟ ਵੈਲੀ ਹੈ ਕਿੱਥੇ ਆ, ਪਹਿਲਾਂ ਤਾਂ ਕਿਹੜੀ ਸਟੇਟ ਦੇ ਵਿੱਚ ਪੈਂਦੀ ਆ, ਇਹ ਪੈਂਦੀ ਆ ਕੇਰਲਾ ਦੇ ਵਿੱਚ। ਇੱਥੋਂ ਤਾਂ ਕਲੀਅਰ ਹੋ ਗਿਆ। ਤਾਂ ਹੁਣ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। 1914 ਦੇ ਵਿੱਚ ਇਹਨੂੰ ਰਿਜ਼ਰਵ ਫੋਰੈਸਟ ਡਿਕਲੇਅਰ ਕਰਿਆ ਗਿਆ ਸੀ। ਇਹ ਥੋੜ੍ਹਾ ਜਿਹਾ ਬੈਕਗਰਾਊਂਡ ਆ। 1914 ਦੇ ਵਿੱਚ ਇਹਨੂੰ ਕੀ ਕਰਿਆ ਗਿਆ ਸੀ, ਫੋਰੈਸਟ ਕਿਹੜਾ, ਉਹ ਵੀ ਰਿਜ਼ਰਵ ਡਿਕਲੇਅਰ ਕਰਤਾ ਸੀਗਾ। ਓਕੇ, ਤਾਂ ਇਹ ਹੈ ਕਿੱਥੇ ਆ, ਪਲੱਕੜ ਜ਼ਿਲ੍ਹੇ ਦੇ ਵਿੱਚ ਆ, ਜਾਂ ਪਾਲਾਕਾੜ ਜਾਂ ਪਲੱਕੜ ਜ਼ਿਲ੍ਹੇ ਦੇ ਵਿੱਚ ਆ, ਉਹ ਵੀ ਕਿੱਥੇ, ਕੇਰਲਾ ਦੇ ਵਿੱਚ। ਹੁਣ ਜੇ ਤਾਂ ਆਪਾਂ ਇਹਦੀ ਗੱਲ ਕਰੀਏ ਸਟਰੈਚ ਦੀ, ਇਹ ਮਤਲਬ ਕਿ ਸ਼ੇਪ ਕਿਹੜੀ ਹੈ ਇਹਦੀ, ਰੈਕਟੈਂਗੂਲਰ ਸ਼ੇਪ ਹੈ ਇਹਦੀ। ਕਿਹੜੀ ਸ਼ੇਪ ਦੇ ਵਿੱਚ ਆ, ਰੈਕਟੈਂਗੂਲਰ ਸ਼ੇਪ ਦੇ ਵਿੱਚ ਆ। ਜੇ ਇਹਦੀ ਗੱਲ ਕਰੀਏ ਵੈਸਟ ਤੋਂ ਈਸਟ ਵੱਲ ਨੂੰ, ਇੱਧਰ ਨੂੰ ਇਹਦਾ ਸਟਰੈਚ 7 ਕਿਲੋਮੀਟਰ ਆ। ਔਰ ਜੇ ਆਪਾਂ ਐਵੇਂ ਉੱਪਰ ਤੋਂ ਨੀਚੇ ਨੂੰ ਦੇਖੀਏ, ਨਾਰਥ ਟੂ ਸਾਊਥ, ਇੱਧਰ ਨੂੰ ਇਹ 12 ਕਿਲੋਮੀਟਰ ਆ। ਇਹਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਔਰ 1986 ਦੇ ਵਿੱਚ 1986 ਦੇ ਵਿੱਚ ਇਹ ਕੀ ਬਣ ਗਈ, ਨੈਸ਼ਨਲ ਪਾਰਕ ਵੀ ਇਹਨੂੰ ਡਿਕਲੇਅਰ ਕੀਤਾ ਜਾ ਚੁੱਕਿਆ। ਤਾਂ ਆਹ ਤੁਸੀਂ ਧਿਆਨ ਰੱਖਣਾ। ਬਾਕੀ ਜਿਹੜਾ ਸਾਇਲੈਂਟ ਵੈਲੀ ਹੈ ਨਾ, ਇਹ ਵੀ ਨਾਮ ਅੰਗਰੇਜ਼ਾਂ ਨੇ ਦਿੱਤਾ ਸੀਗਾ, ਠੀਕ ਆ। ਅਤੇ ਪਾਰਟ ਕਿਹਦਾ ਗਾ, ਇਹ ਵੈਸਟਰਨ ਘਾਟ ਦਾ ਪਾਰਟ ਆ। ਬਾਕੀ ਜੇ ਲੈਟੀਟਿਊਡ ਅਤੇ ਲੌਂਗੀਟਿਊਡ ਦੀ ਗੱਲ ਕਰੀਏ ਤਾਂ ਲੈਟੀਟਿਊਡ ਕਿੱਥੇ ਤਾਂ ਇਹ 11 ਡਿਗਰੀ 031 ਟੂ 11 ਡਿਗਰੀ, ਠੀਕ ਆ, 11 ਡਿਗਰੀ 1 ਨਾਰਥ। ਇਹ ਮਤਲਬ ਕਿ ਨਾਰਥ ਵਾਲੇ ਨੇ ਇਹਦੇ ਲੈਟੀਟਿਊਡ ਨੇ। ਜੇ ਲੌਂਗੀਟਿਊਡ ਦੀ ਗੱਲ ਕਰੀਏ 76 ਡਿਗਰੀ 21 ਮਿੰਟ ਤੋਂ ਲੈ ਕੇ 76 ਡਿਗਰੀ 35 ਮਿੰਟ ਈਸਟ ਤੱਕ, ਆਹ ਇਹਦੀ ਬਿਲਕੁਲ ਐਗਜੈਕਟ ਲੋਕੇਸ਼ਨ ਆ। ਅਤੇ ਆਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸਤਾ, ਸਾਇਲੈਂਟ ਵੈਲੀ ਬਾਰੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅਗਲੇ ਕੁਐਸਚਨ ਦੀ। ਦੇਖੋ ਤੁਸੀਂ ਪਹਿਲਾਂ, ਵੈਲੀ ਆਫ ਫਲਾਵਰਸ ਇਜ਼ ਸਿਚੁਏਟਡ ਇਨ, ਹੁਣ ਵੈਲੀ ਆਫ ਫਲਾਵਰ ਕਿੱਥੇ ਆ, ਤਾਂ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਹੈਗਾ ਉੱਤਰਾਖੰਡ। ਵੈਲੀ ਆਫ ਫਲਾਵਰ ਕਿੱਥੇ ਆ, ਉੱਤਰਾਖੰਡ ਦੇ ਵਿੱਚ ਆ, ਬਿਲਕੁਲ ਇਹਦਾ ਕਰੈਕਟ ਆਨਸਰ ਆ। ਅਤੇ ਕਿਹੜਾ ਜ਼ਿਲ੍ਹਾ, ਚਮੋਲੀ, ਚਮੋਲੀ ਜ਼ਿਲ੍ਹੇ ਦੇ ਵਿੱਚ ਆ ਇਹ। ਦੇਖੋ ਇਹਦਾ ਜੇ ਆਪਾਂ ਦੇਖੀਏ, ਪੁਰਾਣਾ ਨਾਮ, ਚਲੋ ਪੁਰਾਣੇ ਨਾਮ ਤੋਂ ਆਪਾਂ ਕੁਛ ਨਹੀਂ ਕਰਨਾ, ਠੀਕ ਆ। ਵੈਸੇ ਇਹਦੇ 'ਚ ਜਿਹੜਾ ਇਹਦਾ ਨਾਮ ਬਦਲਿਆ ਸੀਗਾ ਉਹ 1931 ਦੇ ਵਿੱਚ, ਇਹ ਜਿਹੜਾ ਰੱਖਿਆ ਗਿਆ ਇਹਦਾ ਵੈਲੀ ਆਫ ਫਲਾਵਰਸ, ਇਹ 1931 ਦੇ ਵਿੱਚ ਰੱਖਿਆ ਸੀਗਾ। ਕਿਹਨੇ ਰੱਖਿਆ ਸੀ, ਇੱਕ ਮਾਊਂਟੇਨੀਅਰ ਸੀਗਾ, ਉਹਦਾ ਨਾਮ ਸੀਗਾ ਫਰੈਂਕ ਐਸ ਸਮਿਥ। ਇਹਨੇ ਇਹਦਾ ਨਾਮ 1931 ਦੇ ਵਿੱਚ ਰੱਖਿਆ ਸੀਗਾ। ਪਹਿਲਾਂ ਇਹਦਾ ਨਾਮ ਹੋਰ ਹੁੰਦਾ ਸੀਗਾ, ਪਰ ਇਸ ਤੋਂ ਬਾਅਦ ਉਹਨੇ 1931 ਦੇ ਵਿੱਚ ਇਹਦਾ ਨਾਮ ਚੇਂਜ ਕਰਕੇ ਕੀ ਰੱਖਤਾ ਸੀ, ਵੈਲੀ ਆਫ ਫਲਾਵਰਸ। ਡਨ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀਗਾ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਵੈਟਲੈਂਡ ਡੇ ਇਜ਼ ਓਬਜ਼ਰਵਡ ਔਨ, ਹੁਣ ਵੈਟਲੈਂਡ ਡੇ ਆ ਜਿਹੜਾ ਇਹ ਕਦੋਂ ਮਨਾਇਆ ਜਾਂਦਾ, ਇਹ ਮੈਂ ਤੁਹਾਨੂੰ ਰਾਮਸਰ ਵਾਲਾ ਕਰਾਇਆ ਵੀ ਹੋਇਆ ਕਿੰਨੇ ਵਾਰੀ, 2 ਫਰਵਰੀ 1971। ਔਰ ਇਹ ਕਿੱਥੇ ਹੋਇਆ ਸੀ, ਈਰਾਨ ਦੀ ਸਿਟੀ ਰਾਮਸਰ। ਤਾਂ ਅਸੀਂ ਇਹਨੂੰ ਹੀ ਕੀ ਕਹਿੰਦੇ ਆ, ਰਾਮਸਰ ਕਨਵੈਨਸ਼ਨ, ਠੀਕ ਆ। ਤਾਂ 2 ਫਰਵਰੀ ਨੂੰ ਇਹ ਕੀਤਾ ਜਾਂਦਾ। ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ ਵੀ ਕਦੋਂ ਇਹਨੂੰ ਆਪਾਂ ਕਰਦੇ ਹਾਂ, ਮਨਾਇਆ ਜਾਂਦਾ। ਤਾਂ ਅੱਗੇ ਦੇਖੋ, ਆਹ ਤੁਹਾਡੇ ਕੋਲ ਕੁਐਸਚਨ ਆ 21ਵਾਂ, ਇਹ ਮੈਂ ਤੁਹਾਡੇ ਲਈ ਛੱਡਦਾ, ਤੁਸੀਂ ਇਹਦਾ ਕਰੈਕਟ ਆਨਸਰ ਦੱਸਿਓ। ਵਿਚ ਆਫ ਦਾ ਫੋਲੋਇੰਗ ਹੈਵ ਕੋਰਲ ਰੀਫਸ,
ਅੰਡੇਮਾਨ ਨਿਕੋਬਾਰ ਆ, ਗਲਫ ਆਫ ਕੱਚ ਆ, ਗਲਫ ਆਫ ਮੰਨਾਰ ਆ, ਸੁੰਦਰਬਨ ਆ। ਅਤੇ ਇਹਨਾਂ ਦੇ ਵਿੱਚੋਂ ਇਹਨਾਂ ਨੇ ਕੀ ਪੁੱਛਿਆ, ਕਰੈਕਟ ਆਨਸਰ ਯੂਜ਼ਿੰਗ ਦਾ ਕੋਡ ਗਿਵਨ ਬਲੋ। ਇਹਨਾਂ ਨੂੰ ਦੇਖ ਕੇ ਤੁਸੀਂ ਕਰੈਕਟ ਆਨਸਰ ਆ ਜਿਹੜਾ ਉਹ ਦੱਸਣਾ। ਇੱਕ ਤੁਹਾਡਾ ਇਹ ਕੁਐਸਚਨ ਆ, ਇੱਕ ਤੁਸੀਂ ਕੁਐਸਚਨ ਹੋਰ ਆ ਤੁਹਾਡੇ ਲਈ, ਆਪਣੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਲਾਰਜ ਇਨਲੈਂਡ ਸਲੀਨ ਵੈਟਲੈਂਡ ਰਿਵਰ ਆ ਜਿਹੜੀ, ਉਹ ਕਿਹੜੀ ਆ ਔਰ ਕਿਹੜੀ ਸਟੇਟ ਦੇ ਵਿੱਚ ਆ, ਉਹਦਾ ਤੁਸੀਂ ਨਾਮ ਔਰ ਉਹਦਾ ਸਟੇਟ ਦਾ ਨੇਮ ਇਹ ਤੁਸੀਂ ਦੱਸਣਾ। ਬਾਕੀ ਇਹਦੇ ਬਾਰੇ ਕੋਰਲ ਬਾਰੇ ਜਿਹੜੀ ਵੀ ਜਾਣਕਾਰੀ ਤੁਹਾਡੇ ਕੋਲ ਹੈਗੀ ਆ ਤੁਸੀਂ ਉਹਨੂੰ ਜ਼ਰੂਰ ਦੱਸਣਾ ਵੀ ਆਪਣੇ ਕਿੰਨੀ ਆ ਅਤੇ ਕਿੱਥੇ ਕਿੱਥੇ ਪਾਈ ਜਾਂਦੀ ਆ। ਡਨ। ਟੋਟਲ ਕੋਰਲ ਰੀਫ ਇੰਡੀਆ ਦੇ ਵਿੱਚ ਕਿੰਨੀ ਆ ਔਰ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਆ ਔਰ ਕਿੱਥੇ ਕਿੱਥੇ ਪਾਈ ਜਾਂਦੀ ਆ। ਅਤੇ ਇਹ ਆਪਣੇ ਸੀਗੇ ਅਗਲੇ ਕੁਐਸਚਨ। ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਬਾਕੀ ਤੁਸੀਂ ਕੋਈ ਵੀ PDF ਕਿਸੇ ਤਰ੍ਹਾਂ ਦਾ ਚਾਹੀਦਾ ਉਹ ਸਾਡੇ ਟੈਲੀਗ੍ਰਾਮ ਹੈਂਡਲ ਨੂੰ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਇਹ ਤੋਂ ਪਹਿਲਾਂ ਆਪਾਂ 10 ਕੁਐਸਚਨਾਂ ਦੀ ਵੀਡੀਓ ਪਾ ਚੁੱਕੇ ਹਾਂ। ਇਸ ਤੋਂ ਪਹਿਲਾਂ ਵੀ ਹਿਸਟਰੀ ਦੀਆਂ 2 ਵੀਡੀਓ ਆ ਚੁੱਕੀਆਂ ਨੇ, ਫਿਰ ਪੋਲੀਟੀਕਲ ਦੀਆਂ ਸੀ ਇਦੋਂ ਪਿੱਛੇ। ਅਤੇ ਹੁਣ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਅੱਗੇ ਕਿਹੜੇ ਟੌਪਿਕ 'ਤੇ ਕਿਹੜੇ ਸਬਜੈਕਟ ਦੀਆਂ ਵੀਡੀਓ ਚਾਹੀਦੀਆਂ ਨੇ। ਆਪਣੀ ਤਿਆਰੀ ਨੂੰ ਦੱਬ ਕੇ ਰੱਖੋ ਔਰ ਕੁਇੱਕ ਰਿਵੀਜ਼ਨ ਕਰੋ ਹੁਣ ਸਾਰੀਆਂ ਚੀਜ਼ਾਂ ਦੀ ਜ਼ਿਆਦਾ ਤੋਂ ਜ਼ਿਆਦਾ। ਠੀਕ ਆ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।